ਸਿਦਕ ਨਾ ਸਾਡਾ ਇੱਕ ਸਾਡਾ ਸਬਜੈਕਟ ਹੈ, ਇਹ ਸਾਡਾ ਸਬਜੈਕਟ ਹੈ ਜਿਹਨੂੰ ਅਸੀਂ ਹਿਪਨੋਟਾਈਜ਼ ਆਲਰੇਡੀ ਇਹਦੇ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਠੀਕ ਹੈ, ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਅਸੀਂ ਬਾਬੇ ਦੇ ਕੋਲ ਜਾਂਦੇ ਆ ਔਰ ਉਹ ਸਾਡੇ ਸਿਰ ਤੇ ਹੱਥ ਰੱਖਦੇ ਨੇ ਔਰ ਲੋਕ ਨਾਲ ਦੇ ਨਾਲ ਹੀ ਗਿਰ ਜਾਂਦੇ ਨੇ। ਦੇਖੋ 1 2 3 get back। ਜਿਵੇਂ ਹੀ ਕਿ ਮੈਂ ਇਹਦੀ ਹੱਥ ਬਾਂਹ ਚੁੱਕਾਂਗਾ ਨਾ, ਤੁਸੀਂ ਇਹਦੀ ਬਾਂਹ ਨੂੰ ਹੱਥ ਕਰ ਟੱਚ ਕਰਕੇ ਦੇਖੋ, ਇਟ ਇਜ਼ ਅ ਸਟੀਲ ਰॉड। ਇਹ ਆਪਣੇ ਆਪ ਨਹੀਂ ਕਰ ਸਕਦੀ। ਤੁਹਾਨੂੰ ਨਾਰਮਲ ਬਾਜੂ ਔਰ ਇਸ ਬਾਜੂ 'ਚ ਫਰਕ ਨਜ਼ਰ ਆ ਰਿਹਾ? ਇਹ ਕੀ ਹੈ? ਇਹ ਸਟੀਲ ਰॉड ਹੈ। ਹੁਣ ਧਿਆਨ ਨਾਲ ਦੇਖਣਾ ਕਿ ਕਿਸੇ ਹਿਊਮਨ ਵਾਸਤੇ ਇਸ ਸਟੇਜ 'ਚ ਆना ਆਸਾਨ ਹੈ। ਔਰ ਮੈਂ ਇਨਵਾਈਟ ਕਰਨਾ ਚਾਹੂੰਗਾ ਤੁਹਾਡੇ ਸਟਾਫ 'ਚੋਂ ਕੋਈ ਫੀਮੇਲ ਆਣ। ਗੁਰਲੀਨ ਜੀ ਆਪ ਅੱਗੇ ਦੀ ਆਓ ਤੁਸੀਂ ਔਰ ਇੱਕ ਵਾਰੀ ਇਹਨਾਂ ਦੇ ਉੱਪਰ ਬੈਠੋ। ਹਾਂਜੀ ਜੀ 5-10 ਸੈਕਿੰਡ ਵਾਸਤੇ ਤੁਸੀਂ ਬੈਠ ਸਕਦੇ ਹੋ। ਤੁਸੀਂ ਆਪਣਾ ਪੂਰਾ ਵਜਨ ਪਾਇਆ ਹੋਇਆ ਹੈ? ਪਾਇਆ ਹੋਇਆ? ਗੁੱਡ, ਥੈਂਕ ਯੂ ਮੈਮ। ਨॉर्मली किसी ह्यूमन बीइंग वास्ते इस स्टेज ਵਿੱਚ ਆना आसान है और ਇਹ एथलेटिक ਦੀ स्टूडेंट नहीं है, शी इज़ अ कॉमर्स स्टूडेंट। ਪੋਸੀਬਲ ਨਹੀਂ ਹੈ। ਹੁਣ ਜਦ ਅਸੀਂ ਇਹਦੀ ਮਾਈਂਡ ਦੀ ਪ੍ਰੋਗਰਾਮਿੰਗ ਤੋੜਾਂਗੇ, ਦੇਖੋ ਤੁਸੀਂ ਅਗਰ ਇੱਥੇ ਚੈੱਕ ਕਰਕੇ ਕਰੋ, ਇੱਧਰ ਆ ਕੇ ਚੈੱਕ ਕਰੋ, ਆ ਦੇਖੋ ਆ ਪੂਰੀ ਦੀ ਪੂਰੀ ਰॉड ਬਣ ਚੁੱਕੀ ਹੈ। ਹੁਣ ਇਹ ਕੀ ਇੱਕ ਮਾਈਂਡ ਦੀ ਪ੍ਰੋਗਰਾਮਿੰਗ ਹੈ। ਠੀਕ ਹੈ, ਔਰ ਜਿੱਦਾਂ ਹੀ ਮੈਂ ਪ੍ਰੋਗਰਾਮਿੰਗ ਤੋੜਾਂਗਾ ਤੁਸੀਂ ਦੇਖਣਾ ਇਹਨਾਂ ਦਾ ਜਿਹੜਾ ਬੋਡੀ ਹੈ ਉਹ ਲਚੀਲੀ ਹੋ ਜਾਏਗੀ। ਸਿਦਕ आजकल जब भी टीवी न्यूज़ चैनल स्टार्ट होंगे देखते तो उस विच सानू नज़र आते हैं कई बाबे बैठे होंगे ने ते उन्हां दे भगत उत्थे पहुँचते हैं तो भगतां नूं जिहड़ा दस्सिया जाता है कि तुहानूं ये बीमारी है, ये करोगे तो इदां ठीक होएगी। तो कुछ ट्रिक्स भी सानू नज़र आती है, लेकिन एक्चुअल दे विच की है वो ये ਅਸੀਂ नहीं समझ पाते, प्रोसैस नहीं कर पाते, क्योंकि सानू ये लगता है कि ਅਸੀਂ ਜਿਹੜੀ ਚੀਜ਼ देख रहे हैं वो रियल है, लेकिन रियलिटी ਦੇ ਵਿੱਚ ਕੀ ਉਹ ਸਿਰਫ ਮੈਜਿਕ ਹੈ ਜਾਂ ਇਹ ਸੱਚ ਵਿੱਚ ਅਜਿਹਾ ਹੁੰਦਾ ਹੈ। ਇਹ ਸਾਰੀ ਗੱਲਾਂ ਅੱਜ ਅਸੀਂ ਕਰਾਂਗੇ। ਸਾਡੇ ਨਾਲ ਇੱਥੇ ਮੋਟੀਵੇਸ਼ਨਲ ਸਪੀਕਰ ਤੇ ਹਿਪਨੋਟਿਸਟ ਨੇ ਹਰਮਨ ਸਿੰਘ ਜੀ। ਬਹੁਤ ਬਹੁਤ ਸਵਾਗਤ ਹੈ ਪੰਜਾਬ ਟੁਡੇ ਦੇ ਵਿੱਚ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਜਿਸ ਤਰੀਕੇ ਨਾਲ ਮੈਂ ਜ਼ਿਕਰ ਕੀਤਾ ਕਿ ਅਸੀਂ ਜਾਂਦੇ ਹਾਂ ਕਿਸੇ ਆਪਣੇ ਜਿਸ ਨੂੰ ਵੀ ਅਸੀਂ ਮੰਨਦੇ ਹਾਂ, ਠੀਕ ਹੈ, ਤੇ ਉਹ ਦੱਸ ਦਿੰਦੇ ਆ ਕਿ ਤੁਹਾਡੇ ਇਹ ਗ੍ਰਹਿ ਖਰਾਬ ਹੈ, ਤੁਹਾਡੇ ਇਹ ਸਾਰੀ ਚੀਜ਼ਾਂ ਖਰਾਬ ਹੈ। ਇੱਕ ਹੋ ਗਿਆ ਇਹ ਵਾਲਾ, ਠੀਕ ਹੈ। ਇੱਕ ਆਂਦਾ ਹੈ ਕਿ ਇਹ ਤੁਹਾਨੂੰ ਇਹ ਬਿਮਾਰੀ ਹੈ, ਵਿਲ ਹੀਲ ਯੂ। ਜੀ ਕਿੱਦਾਂ ਪੋਸੀਬਲ ਹੈ? ਮੈਮ ਦੇਖिए ਅੱਜ ਮੈਂ ਬੇਸਿਕਲੀ ਇੱਥੇ ਜੋ ਮੇਰਾ ਆਉਣ ਦਾ ਏਜੰਡਾ ਇਹ ਹੈ, ਮੈਂ ਇੱਕ ਹਿਪਨੋਥੈਰੇਪਿਸਟ ਹਾਂ ਔਰ ਇੱਕ ਮਾਈਂਡ ਟ੍ਰੇਨਰ ਹਾਂ ਔਰ ਮਾਈਂਡ ਕਿੱਦਾਂ ਕੰਮ ਕਰਦਾ ਹੈ ਮੈਂ ਉਹਦੀ ਪ੍ਰੋਗਰਾਮਿੰਗ ਕਰਦਾ। ਔਰ ਮੈਂ ਰੀਸੈਂਟਲੀ ਕੁਛ ਮੀਡੀਆ ਦੇ ਵਿੱਚ ਔਰ ਸੋਸ਼ਲ ਮੀਡੀਆ ਦੇ ਵਿੱਚ ਵੀਡੀਓਜ਼ ਦੇਖੀਆਂ ਕਿ ਕੁਛ ਲੋਕ ਨਾ ਪਾਖੰਡ ਕਰ ਰਹੇ ਹੈ ਜਾਂ ਮਤਲਬ ਕਿ ਆਪਣੇ ਫੈਨ ਫੋਲੋਵਰਸ ਨੂੰ ਗਲਤ ਤਰੀਕੇ ਨਾਲ ਭ੍ਰਮਿਤ ਕਰਕੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਹੈ। ਜਿਵੇਂ ਤੁਸੀਂ ਦੇਖਿਆ ਹੋਇਆ ਕੁਝ ਲੋਕ ਇੱਕ ਮਫਰਲ ਨੂੰ ਹੱਥ ਲਗਾਉਣ ਨਾਲ ਕੁਝ ਲੋਕ ਨੱਚਣਾ ਸਟਾਰਟ ਕਰ ਦਿੰਦੇ ਹੈ ਜਾਂ ਕੁਝ ਲੋਕ ਹਲਕਾ ਜਿਹਾ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਜਾਂਦਾ ਹੈ ਔਰ ਉਹ ਡੀਪ ਸਲੀਪ 'ਚ ਚਲੇ ਜਾਂਦੇ ਹੈ। ਦੇਖਣ ਵਾਲੇ ਨੂੰ ਔਰ ਉਸ ਸੈਸ਼ਨ ਨੂੰ ਅਟੈਂਡ ਕਰਨ ਵਾਲੇ ਨੂੰ ਲੱਗਦਾ ਹੈ ਕਿ ਬਾਬਾ ਜੀ ਕੋਲ ਕੋਈ ਦੈਵੀਏ ਸ਼ਕਤੀ ਹੈ, ਕੋਈ ਇਹਨਾਂ ਕੋਲ ਕੋਈ ਐਸਾ ਗਿਆਨ ਹੈ ਜਿਹਦੇ ਨਾਲ ਸਾਡੀ ਜ਼ਿੰਦਗੀ ਚੇਂਜ ਕਰ ਸਕਦੇ ਹੈ। ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਮਾਈਂਡ ਪ੍ਰੋਗਰਾਮਿੰਗ 'ਤੇ ਕੰਮ ਕਰਦਾ, ਮੈਂ ਹਿਪਨੋਥੈਰੇਪੀ ਕਰਦਾ ਔਰ ਇਹ ਜਿਹੜੀ ਸਟੇਜ ਹੈ ਉਹ ਐਕਚੁਅਲ 'ਚ ਇੱਕ ਹਿਪਨੋਟਿਜ਼ਮ ਦਾ ਇੱਕ ਐਕਟ ਹੈ। ਔਰ ਹਿਪਨੋਟਿਜ਼ਮ ਨਾ ਤਾਂ ਇੱਕ ਜਾਦੂ ਹੈ ਨਾ ਕੋਈ ਆਰਟ ਹੈ। ਹਿਪਨੋਟਿਜ਼ਮ ਐਕਚੁਅਲ 'ਚ ਇੱਕ ਸਾਇੰਸ ਹੈ ਜਿਹਦੇ ਵਿੱਚ 3-4 ਲੋਕਾਂ ਨੂੰ ਹਿਪਨੋਟਾਈਜ਼ ਕੀਤਾ ਜਾਂਦਾ, ਉਹਨਾਂ ਦੀ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਜਾਂਦੀ ਹੈ ਔਰ ਉਹ ਪ੍ਰੋਗਰਾਮਿੰਗ ਬਾਹਰ ਚੱਲ ਰਹੇ 150 200 ਜਾਂ 10,000 ਲੋਕਾਂ ਨੂੰ ਦਿਖਾਈ ਜਾਂਦੀ ਹੈ ਔਰ ਉਹਦੇ ਵਿੱਚੋਂ 60 ਤੋਂ 70% ਲੋਕ ਉਹ ਪਹਿਲੇ ਹੀ ਉਸ ਬਾਬੇ ਦੇ ਡਿਵੋਟੀਜ਼ ਹੁੰਦੇ ਨੇ ਔਰ ਜਿੱਦਾਂ ਹੀ ਉਹ ਦੇਖਦੇ ਨੇ ਕਿ ਬਾਬਾ ਜੀ ਨੇ ਹੱਥ ਲਾਇਆ ਔਰ ਕੋਈ ਗਿਰ ਗਿਆ ਜਾਂ ਕੋਈ ਹਲਕਾ ਜਿਹਾ ਮਫਰਲ ਨੂੰ ਹੱਥ ਲਾਇਆ ਔਰ ਡਾਂਸ ਕਰਨਾ ਸ਼ੁਰੂ ਹੋ ਗਿਆ ਔਰ ਕਿਸੇ 'ਚੋਂ ਉਹ ਆਤਮਾ ਨਿਕਲ ਗਈ, ਤਾਂ ਉਹ ਐਕਚੁਅਲ 'ਚ ਮੇਰੇ ਅਕੋਰਡਿੰਗ ਕੋਈ ਹੋਰ ਕਿਸੇ ਹੋਰ ਦਾ ਇੱਕ ਡਿਫਰੈਂਟ ਪੁਆਇੰਟ ਆਫ ਵਿਊ ਹੋ ਸਕਦਾ ਹੈ, ਮੇਰੇ ਅਕੋਰਡਿੰਗ ਉਹ ਹਿਪਨੋਟਿਜ਼ਮ ਹੈ। ਉਹ ਕੁਝ ਲੋਕਾਂ ਨੂੰ ਹਿਪਨੋਟਾਈਜ਼ ਕਰਦੇ ਹੈ ਔਰ ਉਹ ਲੋਕ ਉਹਨਾਂ ਦੇ ਅਕੋਰਡਿੰਗ ਹੀ ਪਰਫਾਰਮ ਕਰਦੇ ਹੈ। ਔਰ ਅੱਜ ਅਸੀਂ ਆਪਣੇ ਨਾਲ
ਇਹ ਚੀਜ਼ ਪ੍ਰੂਵ ਕਰਨ ਵਾਸਤੇ ਆਪਣਾ ਇੱਕ ਸਬਜੈਕਟ ਵੀ ਲੈ ਕੇ ਆਇਆ ਔਰ ਅਸੀਂ ਤੁਹਾਡੀ ਟੀਮ ਵਿੱਚੋਂ ਵੀ ਕਿਸੇ ਨੂੰ ਹਿਪਨੋਟਾਈਜ਼ ਕਰਕੇ ਦਿਖਾਵਾਂਗੇ ਜਿਹਦੇ ਵਿੱਚ ਤੁਹਾਨੂੰ ਐਕਚੁਅਲੀ ਪਤਾ ਲੱਗ ਜਾਏਗਾ ਕਿ ਆ ਚੀਜ਼ ਕੰਮ ਕਿੱਦਾਂ ਕਰਦੀ ਹੈ। ਠੀਕ ਹੈ ਜੀ ਮੈਮ। ਅੱਛਾ, ਇੱਕ ਵਰਡ ਮੈਂ ਜਦ ਤੋਂ ਅਸੀਂ ਕਰਦੇ ਹਾਂ ਜੀ। ਇਸ ਤੋਂ ਪਹਿਲਾਂ ਲੇਕਿਨ ਇੱਕ ਹਿਪਨੋਥੈਰੇਪਿਸਟ ਵਰਡ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਜੀ, ਹੋਵੇਗਾ, ਜੀ। ਹੈ ਨਾ? ਤੇ ਕੀ ਹੈ ਇਹ ਹਿਪਨੋਥੈਰੇਪਿਸਟ ਤੇ ਕਿਸ ਤਰੀਕੇ ਦੇ ਨਾਲ ਇੱਥੇ ਟ੍ਰੇਨਿੰਗ ਹੁੰਦੀ, ਕੀ ਕੁਝ ਹੁੰਦਾ ਹੈ? ਦੇਖੋ ਬੇਸਿਕਲੀ ਤੁਸੀਂ ਸਾਨੂੰ ਸਾਈਕੋਲੋਜੀ ਵਾਲੀ ਫੀਲਡ 'ਚ ਕੰਸੀਡਰ ਕਰ ਸਕਦੇ ਹੋ। ਸਾਡੇ ਮਾਈਂਡ ਦੀ 3 ਸਟੇजेस ਹੁੰਦੀਆਂ ਨੇ, ਕੌਨਸ਼ੀਅਸ ਮਾਈਂਡ, ਸਬਕੌਨਸ਼ੀਅਸ ਮਾਈਂਡ ਔਰ ਅਨਕੌਨਸ਼ੀਅਸ ਮਾਈਂਡ। ਜਦ ਅਸੀਂ ਸੁੱਤੇ ਹੁੰਦੇ ਆ, ਅਸੀਂ ਡੀਪ ਸਲੀਪ 'ਚ ਹੁੰਦੇ ਆ, ਉਹ ਅਨਕੌਨਸ਼ੀਅਸ ਮਾਈਂਡ ਹੁੰਦਾ ਜਿੱਥੇ ਸਾਨੂੰ ਪਤਾ ਨਹੀਂ। ਸਾਡਾ ਸਬਕੌਨਸ਼ੀਅਸ ਮਾਈਂਡ, ਅਸੀਂ ਜ਼ਿੰਦਗੀ 'ਚ ਜਦ ਸਵੇਰੇ ਉੱਠਦੇ ਆ, ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤੱਕ ਅਸੀਂ ਜਿਹੜੇ ਵੀ ਕੰਮ ਕਰਦੇ ਆ ਉਹ ਸਬਕੌਨਸ਼ੀਅਸ ਮਾਈਂਡ ਦੇ ਥਰੂ ਕਰਦੇ ਆ। ਜਦ ਅਸੀਂ ਕਾਰ ਚਲਾਉਂਦੇ ਆ, ਅਸੀਂ ਸਬਕੌਨਸ਼ੀਅਸਲੀ ਕਾਰ ਡਰਾਈਵ ਕਰਦੇ ਆ। ਨਾ ਤੇ ਆਈਜ਼ ਨੂੰ ਕਮਾਂਡ ਦੇਣੀ ਪੈਂਦੀ ਏ, ਨਾ ਲੈਗਸ ਨੂੰ, ਨਾ ਤੁਹਾਡੇ ਹੱਥਾਂ ਨੂੰ। ਠੀਕ ਹੈ, ਇਹ ਸਾਰੀ ਕਮਾਂਡ ਤੁਹਾਡੇ ਮਾਈਂਡ 'ਚ ਫੀਡ ਹੈ। ਤੁਸੀਂ ਲੈਪਟਾਪ ਤੇ ਕੰਮ ਕਰਦੇ ਹੋ, ਆਪਣੀ ਫਿੰਗਰਸ ਨੂੰ ਦੱਸਣਾ ਨਹੀਂ ਪੈਂਦਾ, ਉਹ ਆਟੋਮੈਟਿਕਲੀ ਕੰਮ ਕਰਦੀਆਂ। ਜਾਂ ਸਿਮਿਲਰਲੀ ਤੁਸੀਂ ਮੋਬਾਈਲ ਫੋਨ ਯੂਜ਼ ਕਰਦੇ ਹੋ, ਉਹ ਆਟੋਮੈਟਿਕਲੀ ਤੁਸੀਂ ਦੇਖਦੇ ਹੋ। ਜਾਂ ਤੁਸੀਂ ਇੱਕ ਨਿਊਜ਼ ਐਂਕਰ ਹੋ ਤੇ ਤੁਸੀਂ ਹੁਣ ਜੋ ਬੋਲ ਰਹੇ ਹੋ ਇਹ ਤੁਹਾਡੇ ਵਾਸਤੇ ਤੁਹਾਡੇ ਸਬਕੌਨਸ਼ੀਅਸ 'ਚ ਹੈ। ਤੁਸੀਂ ਰਾਤ ਨੂੰ ਸੁੱਤੇ ਹੋਏ ਵੀ, ਅੱਖਾਂ ਬੰਦ ਕਰਕੇ ਵੀ, ਹਵਾ 'ਚ ਵੀ ਤੁਸੀਂ ਆਪਣਾ ਸ਼ੋਅ ਕਰ ਸਕਦੇ ਹੋ ਕਿਉਂਕਿ ਇਹ ਸ਼ੋਅ ਕਰਨਾ ਤੁਹਾਡੇ ਸਬਕੌਨਸ਼ੀਅਸ ਮਾਈਂਡ 'ਚ ਹੈ। ਸਿਮਿਲਰਲੀ ਇੱਦਾਂ ਹੀ ਸਾਡੇ ਜਿੰਨੇ ਵੀ ਡਰ ਨੇ ਉਹ ਸਬਕੌਨਸ਼ੀਅਸ ਮਾਈਂਡ 'ਚ ਨੇ, ਜਿੰਨੇ ਵੀ ਸਾਡੇ ਬਿਲੀਵਸ ਨੇ ਉਹ ਸਬਕੌਨਸ਼ੀਅਸ ਮਾਈਂਡ 'ਚ ਨੇ। ਠੀਕ ਹੈ, ਜਿੰਨੇ ਵੀ ਤੁਹਾਡੀ ਪਾਸਟ ਦੀ ਮੈਮਰੀਜ਼ ਨੇ ਉਹ ਸਬਕੌਨਸ਼ੀਅਸ ਮਾਈਂਡ 'ਚ ਨੇ। ਤੇ ਅਸੀਂ ਕੀ ਕਰਦੇ ਹਾਂ, ਅਸੀਂ ਕੌਨਸ਼ੀਅਸ ਮਾਈਂਡ ਨੂੰ ਬਾਈਪਾਸ ਕਰਕੇ ਆਪਣਾ ਹਿਪਨੋਥੈਰੇਪੀ ਦੇ ਥਰੂ ਬੰਦੇ ਦਾ ਸਬਕੌਨਸ਼ੀਅਸ ਮਾਈਂਡ ਓਪਨ ਕਰਦੇ ਹਾਂ ਔਰ ਉਹਦੇ ਮਾਈਂਡ ਦੀ ਪ੍ਰੋਗਰਾਮਿੰਗ ਕਰਦੇ ਹਾਂ। ਅਸੀਂ ਲਾਈਵ ਤੁਹਾਨੂੰ ਹੁਣੇ ਕਰਕੇ ਦਿਖਾਉਂਦੇ ਹਾਂ। ਠੀਕ ਹੈ, ਬਿਲਕੁਲ ਜੀ। ਸਟਾਰਟ ਕਰਦੇ ਹਾਂ ਫਿਰ। ਆ ਜੀ ਸਿੱਧਕ ਜੀ, ਤੁਸੀਂ ਆਓ। ਸਿੱਧਕ ਨਾ ਸਾਡਾ ਇੱਕ ਸਾਡਾ ਸਬਜੈਕਟ ਹੈ, ਇਹ ਸਾਡਾ ਸਬਜੈਕਟ ਹੈ ਜਿਹਨੂੰ ਅਸੀਂ ਹਿਪਨੋਟਾਈਜ਼ ਆਲਰੇਡੀ ਇਹਦੇ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਠੀਕ ਹੈ, ਤੁਸੀਂ ਕਈ ਵਾਰੀ ਦੇਖਿਆ ਹੋਏਗਾ ਕਿ ਅਸੀਂ ਬਾਬੇ ਦੇ ਕੋਲ ਜਾਂਦੇ ਹਾਂ ਔਰ ਉਹ ਸਾਡੇ ਸਿਰ ਤੇ ਹੱਥ ਰੱਖਦੇ ਨੇ ਔਰ ਲੋਕ ਨਾਲ ਦੇ ਨਾਲ ਹੀ ਗਿਰ ਜਾਂਦੇ ਨੇ। ਦੇਖੋ ਇਹ ਦੇਖੋ, 1 2 3 ਗੈਟ ਬੈਕ। ਹੁਣ ਕੋਈ ਦੇਖਣ ਵਾਲਾ ਪਹਿਲੀ ਵਾਰ ਦੇਖੇਗਾ ਤਾਂ ਇਹ ਸੋਚੇਗਾ ਕਿ ਮੈਂ ਕੋਈ ਜਾਦੂ ਕੀਤਾ ਹੈ, ਮੈਂ ਕੋਈ ਟੋਨਾ ਕੀਤਾ ਹੈ। ਨਹੀਂ ਜੀ, ਮੈਂ ਇਹਦੇ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੈ। ਇਹਨੂੰ ਬੋਲਦੇ ਆ ਟ੍ਰਿਗਰਿੰਗ, ਟ੍ਰਿਗਰ ਕਰਨਾ। ਟ੍ਰਿਗਰ ਇਨ ਸੈਂਸ ਜਿਵੇਂ ਹੀ ਕਿ ਮੈਂ ਇਹਦੀ ਬਾਂਹ ਚੁੱਕਾਂਗਾ ਨਾ, ਤੁਸੀਂ ਇਹਦੀ ਬਾਂਹ ਨੂੰ ਹੱਥ ਟੱਚ ਕਰਕੇ ਦੇਖੋ, ਇਟ ਇਜ਼ ਅ ਸਟੀਲ ਰॉड। ਇਹ ਆਪਣੇ ਆਪ ਨਹੀਂ ਕਰ ਸਕਦੀ। ਤੁਹਾਨੂੰ ਨਾਰਮਲ ਬਾਜੂ ਔਰ ਇਸ ਬਾਜੂ 'ਚ ਫਰਕ ਨਜ਼ਰ ਆ ਰਿਹਾ? ਇਹ ਕੀ ਹੈ? ਇਹ ਸਟੀਲ ਰॉड ਹੈ। ਹੁਣ ਇਹਨਾਂ ਦੀ ਅਸੀਂ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੋਈ ਹੈ। ਮੈਂ ਜੋ ਇਹਨਾਂ ਨੂੰ ਕਹਿੰਦਾ ਵਾਂ, ਇਹਨਾਂ ਦਾ ਮਾਈਂਡ ਮੇਰੀ ਕਮਾਂਡ ਨੂੰ ਫੋਲੋ ਕਰਦਾ ਹੈ। ਸਿਮਿਲਰਲੀ ਇੱਦਾਂ ਹੀ ਜਿਹੜੇ ਵੀ ਬਾਬੇ ਨੇ, ਜਿਹੜੇ ਵੀ ਪਖੰਡੀ ਨੇ, ਪਖੰਡੀ ਲੋਕ, ਮੈਂ ਅੱਛੇ ਲੋਕਾਂ ਦੀ ਗੱਲ ਨਹੀਂ ਕਰ ਰਿਹਾ, ਕੁਝ ਪਖੰਡੀ ਲੋਕਾਂ ਦੀ ਗੱਲ ਕਰ ਰਿਹਾ, ਜੋ ਇਨਡਾਇਰੈਕਟਲੀ ਤੁਹਾਨੂੰ ਹਿਪਨੋਟਾਈਜ਼ ਕਰ ਦਿੰਦੇ ਆ, ਹਿਪਨੋਟਾਈਜ਼ ਕਰ ਦਿੰਦੇ ਆ ਔਰ ਜੋ ਉਹ ਕਹਿੰਦੇ ਆ ਅਸੀਂ ਉਸ ਹਰ ਗੱਲ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਆ। ਇਹੀ ਵਜ੍ਹਾ ਹੈ ਕਿ ਜਦ ਇੱਕ ਬੰਦਾ ਉਸ ਮਫਲਰ ਨੂੰ ਹੱਥ ਲਾਉਂਦਾ, ਉਹ ਡਾਂਸ ਕਰਨਾ ਸ਼ੁਰੂ ਕਰਦਾ ਹੈ, ਦੂਸਰਾ ਵੀ ਆਂਦਾ, ਉਹ ਵੀ ਡਾਂਸ ਕਰਨਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਕਈ ਵਾਰੀ ਲੱਗ ਰਿਹਾ ਹੁੰਦਾ ਕਿ ਜੋ ਉੱਥੇ ਜਿਹੜੀ ਆਡੀਅנס ਹੈ ਉਹ ਐਕਟਿੰਗ ਕਰ ਰਹੀ ਹੈ, ਉਹ ਐਕਚੁਅਲ 'ਚ ਐਕਟਿੰਗ ਨਹੀਂ ਕਰ ਰਹੀ ਹੁੰਦੀ। ਉਹ ਐਕਟਿੰਗ ਨਹੀਂ ਕਰ ਰਹੀ ਹੁੰਦੀ, ਉਹ ਸਬਕੌਨਸ਼ੀਅਸਲੀ ਰਿਐਲਿਟੀ 'ਚੋਂ ਪਰਫਾਰਮ ਕਰ ਰਹੀ ਹੁੰਦੀ ਹੈ। ਬਟ ਉਸ 'ਚ ਇਹ ਹੁੰਦਾ ਹੈ ਕਿ ਕਾਫੀ ਲੋਕ ਹੁੰਦੇ, ਉਹਨਾਂ ਵਿੱਚੋਂ ਕੁਝ ਨੂੰ ਪਿਕਅਪ ਕਰਨਾ ਸਾਰਿਆਂ ਲੈ ਨਹੀਂ। ਉਹਦੇ 'ਚ ਮੈਂ ਤੁਹਾਨੂੰ ਉਹਦਾ ਆਨਸਰ ਦੇਣਾ। ਕੁਝ ਵੀਡੀਓਜ਼ ਵੀ ਪਿੱਛੇ ਵਾਇਰਲ ਹੋਈਆਂ ਕਿ ਉਹ ਲੋਕ ਕੀ ਕਰਦੇ ਆ, ਸਟਾਰਟਿੰਗ 'ਚ 5-7 ਲੋਕਾਂ ਨੂੰ ਇੱਕ ਰੂਮ ਦੇ ਅੰਦਰ ਟ੍ਰੇਨ ਕਰਦੇ ਆ, ਉਹਨਾਂ ਦੇ ਮਾਈਂਡ ਦੀ ਪ੍ਰੋਗਰਾਮਿੰਗ ਕਰਦੇ ਆ। ਠੀਕ ਹੈ, ਹੁਣ ਇਹਨਾਂ ਦੀ ਦੇਖੋ ਆਈਜ਼ ਖੁੱਲੀਆਂ ਹੋਈਆਂ ਨੇ ਬਟ ਸਟਿਲ ਇਹ ਰॉड ਹੈ। ਜਦ ਤੱਕ ਮੈਂ ਇਹਨਾਂ ਨੂੰ ਕਵਾਂਗਾ ਨਹੀਂ ਨਾ ਕਿ ਨੀਚੇ ਜਾਏ, ਤਦ ਤੱਕ ਇਹ ਜਾਏਗੀ ਨਹੀਂ। ਪੇਨ ਨਹੀਂ ਹੋ ਰਿਹਾ? ਨਹੀਂ। 1 2 3 ਰਿਲੈਕਸ। ਓਕੇ, ਸਾਨੂੰ ਸਮਝਣਾ ਪਏਗਾ ਉਹ ਕੀ ਕਰਦੇ ਆ। ਉਹ ਲੋਕ 4 ਤੋਂ 5 ਲੋਕਾਂ ਦੀ ਪ੍ਰੋਗਰਾਮਿੰਗ ਕਰ ਦਿੰਦੇ ਆ ਔਰ ਬਾਕੀ ਲੋਕ ਸਿਰਫ ਦੇਖਣ ਦੇ ਨਾਲ ਹੀ ਹਿਪਨੋਟਾਈਜ਼ ਹੋ ਜਾਂਦੇ ਆ। ਹਿਪਨੋਟਿਜ਼ਮ ਦਾ ਇੱਕ ਬਹੁਤ ਹੀ ਵੱਡਾ ਬੈਨੀਫਿਟ ਕਹਿ ਲਓ ਜਾਂ ਇਹਦਾ ਸਾਈਡ ਇਫੈਕਟ ਕਹਿ ਲਓ ਕਿ ਸਾਹਮਣੇ ਵਾਲੇ ਨੂੰ ਅਗਰ ਇੱਕ ਬੰਦਾ ਅਗਰ ਹਿਪਨੋਟਾਈਜ਼ ਹੋਇਆ ਤਾਂ ਉਹਨੂੰ ਦੇਖ ਕੇ ਬਾਕੀ ਦੇ 70% ਲੋਕ ਆਟੋਮੈਟਿਕਲੀ ਹਿਪਨੋਟਾਈਜ਼ ਹੋ ਜਾਂਦੇ ਆ। ਹੁਣ ਅਸੀਂ ਇਹਨਾਂ ਦੇ ਮਾਈਂਡ ਨੂੰ ਪ੍ਰੋਗਰਾਮ ਕੀਤਾ, ਮੈਂ ਤੁਹਾਨੂੰ ਇੱਕ ਲਾਈਵ ਕਰਕੇ ਦਿਖਾਣਾ। ਠੀਕ ਹੈ, ਸਿੱਧਾ ਕਿੱਧਰ ਆਓ। ਇੱਕ ਚੇਅਰ ਮਿਲ ਸਕਦੀ ਹੈ ਸਾਨੂੰ ਇੱਕ ਹੋਰ? ਹਾਂਜੀ ਹਾਂ, ਇੱਕ ਚੇਅਰ। हेलो जी जी इसका आइए आ चेयर मैंने इधर दे दो। ਅਸੀਂ ਤੁਹਾਨੂੰ ਇੱਕ ਚੀਜ਼ ਲਾਈਵ ਦਿਖਾਣਾ ਕਿ ਇਹਨਾਂ ਨੂੰ ਆਲਰੇਡੀ ਅਸੀਂ ਇਹਨਾਂ ਦਾ ਮਾਈਂਡ ਪ੍ਰੋਗਰਾਮ ਕੀਤਾ ਹੋਇਆ ਹੈ ਤੇ ਇਹਨਾਂ ਦੇ ਮਾਈਂਡ ਪ੍ਰੋਗਰਾਮਿੰਗ ਦੇ ਨਾਲ ਅਸੀਂ ਇਹਨਾਂ ਤੋਂ ਕੀ ਨਹੀਂ ਕਰਾ ਸਕਦੇ ਉਹ ਦੇਖਦੇ ਅਸੀਂ। ਚਲਿਏ, ਕਲੋਜ਼ योर आईज। देखो
Make your whole body steel rod. Make your whole body steel rod from your head to your toes. Make your whole body steel rod. ਹੁਣ ਧਿਆਨ ਨਾਲ ਦੇਖਣਾ ਕਿ ਕਿਸੇ ਹਿਊਮਨ ਵਾਸਤੇ ਇਸ ਸਟੇਜ 'ਚ ਆਣਾ ਆਸਾਨ ਹੈ ਔਰ ਮੈਂ ਇਨਵਾਈਟ ਕਰਨਾ ਚਾਹੂੰਗਾ ਤੁਹਾਡੇ ਸਟਾਫ 'ਚੋਂ ਕੋਈ ਫੀਮੇਲ ਆਣ ਗੁਰਲੀਨ ਗੁਰਲੀਨ ਜੀ ਆਪ ਅੱਗੇ ਦੀ ਆਓ ਤੁਸੀਂ ਔਰ ਇੱਕ ਵਾਰੀ ਇਹਨਾਂ ਦੇ ਉੱਪਰ ਬੈਠੋ ਹਾਂਜੀ ਹਾਂਜੀ 5-10 ਸੈਕਿੰਡ ਵਾਸਤੇ ਤੁਸੀਂ ਬੈਠ ਸਕਦੇ ਹੋ ਤੁਸੀਂ ਆਪਣਾ ਪੂਰਾ ਵਜਨ ਪਾਇਆ ਹੋਇਆ ਹੈ ਪਾਇਆ ਹੋਇਆ ਹੈ ਗੁੱਡ ਥੈਂਕ ਯੂ ਮੈਮ ਕੀ ਫੀਲ ਹੋਇਆ ਪੋਸੀਬਲ ਨਹੀਂ ਹੈ ਫਿਜ਼ੀਬਲ ਨਹੀਂ ਹੈ ਫਿਜ਼ੀਬਲ ਜਰਨਲੀ ਫਿਜ਼ੀਬਲ ਨਹੀਂ ਹੈ ਉਹ ਵੀ ਜਿਹੜੀ ਚੇਅਰਸ ਹੈ ਜੀ ਇਹਨਾਂ ਤੇ ਕੋਈ ਸਪੋਰਟ ਨਹੀਂ ਹੈ ਸਪੋਰਟ ਨਹੀਂ ਹੈ ਸੋ ਫਿਜ਼ੀਬਿਲਿਟੀ ਵੈਸੀ ਘੱਟ ਹੋ ਜਾਂਦੀ ਹੈ ਘੱਟ ਹੋ ਜਾਂਦੀ ਹੈ ਨਾਰਮਲੀ ਕਿਸੇ ਹਿਊਮਨ ਬੀਇੰਗ ਵਾਸਤੇ ਇਸ ਸਟੇਜ ਵਿੱਚ ਆਣਾ ਆਸਾਨ ਹੈ ਔਰ ਇਹ ਐਥਲੈਟਿਕ ਦੀ ਸਟੂਡੈਂਟ ਨਹੀਂ ਹੈ ਸ਼ੀ ਇਜ਼ ਅ ਕਾਮਰਸ ਸਟੂਡੈਂਟ ਨਹੀਂ ਪੋਸੀਬਲ ਨਹੀਂ ਹੈ ਨੋ ਹੁਣ ਜਦ ਅਸੀਂ ਇਹਦੀ ਮਾਈਂਡ ਦੀ ਪ੍ਰੋਗਰਾਮਿੰਗ ਤੋੜਾਂਗੇ ਦੇਖੋ ਤੁਸੀਂ ਅਗਰ ਇਹਨੂੰ ਇੱਥੇ ਚੈੱਕ ਕਰਕੇ ਕਰੋ ਇੱਧਰ ਆ ਕੇ ਚੈੱਕ ਕਰੋ ਆ ਦੇਖੋ ਆ ਪੂਰੀ ਦੀ ਪੂਰੀ ਰੋਡ ਬਣ ਚੁੱਕੀ ਹੈ ਹੁਣ ਇਹ ਕੀ ਇੱਕ ਮਾਈਂਡ ਦੀ ਪ੍ਰੋਗਰਾਮਿੰਗ ਹੈ ਠੀਕ ਹੈ ਔਰ ਜਿੱਦਾਂ ਹੀ ਮੈਂ ਪ੍ਰੋਗਰਾਮਿੰਗ ਤੋੜਾਂਗਾ ਤੁਸੀਂ ਦੇਖਣਾ ਇਹਨਾਂ ਦਾ ਜਿਹੜਾ ਬਾਡੀ ਹੈ ਉਹ ਲਚੀਲੀ ਹੋ ਜਾਏਗੀ ਸਿਦਕ ਮੇਕ ਯੂਰ ਹੋਲ ਬਾਡੀ ਰਿਲੈਕਸ 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 ਗੁੱਡ 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 ਗੈਟ ਅਪ ਗੈਟ ਅਪ ਗੈਟ ਅਪ ਗੈਟ ਅਪ ਗੈਟ ਅਪ ਥੈਂਕ ਯੂ ਸਿਦਕ ਸਰ ਬੈਠੇ ਹੁਣ ਧਿਆਨ ਨਾਲ ਦੇਖਣਾ ਹੁਣ ਮੈਂ ਇਹਨਾਂ ਦੀ ਪ੍ਰੋਗਰਾਮਿੰਗ ਕੀਤੀ ਹੈ ਮੈਂ ਜਦ ਵੀ ਇਹਨਾਂ ਦਾ ਹੱਥ ਦਾ ਚੁੱਕਦਾ ਨਾ ਰੋਡ ਬਣ ਜਾਂਦਾ ਹੈ ਮੁੱਠੀ ਨਹੀਂ ਹੈਗੀ ਦੇਖੋ ਮੁੱਠੀ ਨਹੀਂ ਹੈ ਬਟ ਇਟ ਇਜ਼ ਅ ਸਟੀਲ ਰੋਡ ਤੁਸੀਂ ਚੈੱਕ ਕਰੋ ਗੁਰਲੀਨ ਜੀ ਇੱਕ ਵਾਰੀ ਚੈੱਕ ਕਰੋ ਇਟ ਇਜ਼ ਅ ਸਟੀਲ ਰੋਡ ਇਹਨੂੰ ਬੋਲਦੇ ਆ ਟ੍ਰਿਗਰਿੰਗ ਜੋ ਕਿ ਕੌਨਸ਼ੀਅਸਲੀ ਅਸੀਂ ਇਹਨਾਂ ਦੇ ਮਾਈਂਡ ਦੀ ਕੀਤੀ ਹੈ ਠੀਕ ਹੈ ਇਸ ਦੁਨੀਆ ਦੇ ਅੰਦਰ ਹਰ ਬੰਦਾ ਹਿਪਨੋਟਾਈਜ਼ਡ ਹੈ ਤੁਸੀਂ ਮੈਂ ਸਭ ਲੋਕ ਹਿਪਨੋਟਾਈਜ਼ਡ ਹੈ ਰਿਲੈਕਸ ਸਿੱਧਕ ਰਿਲੈਕਸ ਹਰ ਬੰਦਾ ਹਿਪਨੋਟਾਈਜ਼ਡ ਹੈ ਕਿੱਦਾਂ ਵੱਡੀ ਵੱਡੀ ਕੰਪਨੀਆਂ ਸਾਨੂੰ ਹਿਪਨੋਟਾਈਜ਼ ਕਰਦੀਆਂ ਅਸੀਂ ਮੈਗੀ ਦੀ ਐਡ ਦੇਖਦੇ ਸਾਨੂੰ ਕ੍ਰੇਵਿੰਗ ਹੋਣਾ ਸਟਾਰਟ ਹੋ ਜਾਂਦਾ ਹੈ ਅਸੀਂ ਕੋਕ ਦੀ ਐਡ ਦੇਖਦੇ ਸਾਨੂੰ ਉਹ ਬਬਲਸ ਦੇਖਦੇ ਸਾਰੀ ਸਾਨੂੰ ਪਿਆਸ ਲੱਗਣੀ ਸਟਾਰਟ ਹੋ ਜਾਂਦੀ ਹੈ ਅਸੀਂ ਸਾਰੇ ਦੇ ਸਾਰੇ ਹਿਪਨੋਟਾਈਜ਼ਡ ਹਾਂ ਅਸੀਂ ਟ੍ਰਿਗਰਡ ਹਾਂ ਕੁਝ ਲੋਕ ਪੋਜ਼ਿਟਿਵ ਚੀਜ਼ਾਂ ਤੋਂ ਟ੍ਰਿਗਰ ਹੈ ਕੁਝ ਲੋਕ ਨੈਗੇਟਿਵ ਚੀਜ਼ਾਂ ਤੋਂ ਟ੍ਰਿਗਰ ਹੈ ਜਿਵੇਂ ਕੁਝ ਲੋਕ ਕਹਿੰਦੇ ਆ ਕਿ ਮੈਂ ਤੇ ਜਦ ਤੱਕ ਰਾਤੀ ਡਰਿੰਕ ਨਹੀਂ ਕਰਾਂਗਾ ਨਾ ਮੈਂ ਸੋ ਨਹੀਂ ਸਕਦਾ ਤੁਸੀਂ ਕਈ ਲੋਕਾਂ ਨੂੰ ਜਾਣਦੇ ਹੋਗੇ ਅਸੀਂ ਟ੍ਰਿਗਰ ਹੈ ਡਰਿੰਕ ਕਰਨਾ ਉਹਦੇ ਵਾਸਤੇ ਟ੍ਰਿਗਰ ਹੈ ਕੁਝ ਲੋਕ ਕਹਿੰਦੇ ਜਦ ਤੱਕ ਮੈਂ ਸਮੋਕਿੰਗ ਨਹੀਂ ਕਰੂੰਗਾ ਮੈਂ ਸਟ੍ਰੈਸ ਫਰੀ ਨਹੀਂ ਹੋ ਸਕਦਾ ਟ੍ਰਿਗਰ ਹੈ ਕੁਝ ਲੋਕ ਕਹਿੰਦੇ ਯਾਰ ਜਦ ਤੱਕ ਮੈਂ ਅੱਜਕੱਲ ਮੈਕਸਿਮਮ ਲੋਕਾਂ ਦੀ ਪ੍ਰੋਬਲਮ ਜਦ ਤੱਕ ਮੋਬਾਈਲ ਫੋਨ ਨਾ ਹੋਏ ਅਸੀਂ ਫਰੈਸ਼ ਨਹੀਂ ਹੋ ਸਕਦੇ ਵਾਸ਼ਰੂਮ 'ਚ ਟ੍ਰਿਗਰ ਹੈ ਅਸੀਂ ਰੋਟੀ ਨਹੀਂ ਖਾ ਸਕਦੇ ਟ੍ਰਿਗਰ ਹੈ ਤੇ ਇਹਨੂੰ ਬੋਲਦੇ ਟ੍ਰਿਗਰਿੰਗ ਔਰ ਉਹ ਬਾਬੇ ਲੋਕ ਵੀ ਕੀ ਕਰਦੇ ਆ ਆਲਰੇਡੀ ਉਹਨਾਂ ਕੋਲ ਜਾਣ ਵਾਲੇ ਜਿਹੜੇ ਉਹਨਾਂ ਦੇ ਡਿਵੋਟੀਜ਼ ਹੁੰਦੇ ਆ ਸ਼ਰਧਾਲੂ ਹੁੰਦੇ ਉਹਨਾਂ ਦਾ ਪੂਰਾ ਵਿਸ਼ਵਾਸ ਹੁੰਦਾ ਹੈ ਤੇ ਉਹ ਬਾਬੇ ਜੋ ਕਹੀ ਜਾਂਦੇ ਨੇ ਉਹਨੂੰ ਫੋਲੋ ਕਰੀ ਜਾਂਦੇ ਨੇ ਇਸ ਕਰਕੇ ਉਹ ਚੀਜ਼ਾਂ ਨੈਗੇਟਿਵ ਹੋ ਜਾਂਦੀਆਂ ਠੀਕ ਹੈ ਇੱਕ ਹੋਰ ਗੱਲ ਮੈਂ ਪੁੱਛਣੀ ਸੀਗੀ ਕਿਉਂਕਿ ਇਹ ਤੁਹਾਡੇ ਆਪਣੀ ਹੀ ਟੀਮ ਤੋਂ ਹੈ ਤੇ ਦੂਜੀ ਗੱਲ ਤੁਸੀਂ ਕਿੰਨਾ ਟਾਈਮ ਲੱਗਿਆ ਇਹਨਾਂ ਦਾ ਪੂਰਾ ਮਾਈਂਡ ਉਹ ਕਰਨ ਦੇ ਲਈ ਤੁਹਾਨੂੰ ਦੇਖੋ ਜਰਨਲੀ ਕੀ ਹੁੰਦਾ ਹੈ ਇਟ ਡਿਪੈਂਡਸ ਇਹਨਾਂ ਵਾਸਤੇ ਤੇ ਮੈਨੂੰ 15 ਡੇਜ਼ ਲੱਗੇ ਸੀਗੇ ਅੱਛਾ ਕਿਉਂਕਿ ਇਹਨਾਂ ਨੂੰ ਸਭ ਤੋਂ ਪਹਿਲੇ ਇਹਨਾਂ ਦਾ ਹੀ ਮਾਈਂਡ ਟ੍ਰੇਨ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਹਜ਼ਾਰਾਂ ਲੋਕਾਂ ਦਾ ਮਾਈਂਡ ਟ੍ਰੇਨ ਕਰ ਚੁੱਕਾ ਕਈ ਗਵਰਨਮੈਂਟ ਅਫੀਸ਼ੀਅਲਸ ਕਈ ਫਿਲਮ ਸਟਾਰਸ ਕਈ ਸਪੋਰਟਸ ਪਰਸਨਸ ਮੇਰੇ ਕਲਾਇੰਟ ਨੇ ਜਿਨ੍ਹਾਂ ਦੀ ਮੈਂ ਮੈਂਟਲ ਕੋਚਿੰਗ ਕਰਦਾ ਤੇ ਅੱਜ ਦੀ ਡੇਟ 'ਚ ਤੇ 5 ਮਿੰਟ 'ਚ ਵੀ ਹੋ ਜਾਂਦਾ ਜੀ 10 ਮਿੰਟ 'ਚ ਵੀ ਹੋ ਜਾਂਦਾ ਮੈਂ ਇੱਥੇ ਬੈਠ ਕੇ ਕਿਸੇ ਦੀ ਵੀ ਪ੍ਰੋਗਰਾਮਿੰਗ ਕਰ ਸਕਦਾ ਜੀ ਅਗਰ ਉਹ ਸਾਹਮਣੇ ਵਾਲਾ ਕਰਾਉਣਾ ਚਾਹੇ ਤੇ ਅੱਛਾ ਕੀ ਚਾਹੀਦਾ ਹੁੰਦਾ ਕਿਉਂਕਿ ਸਮਟਾਈਮਸ ਜਿਵੇਂ ਅਸੀਂ ਗੱਲ ਵੀ ਕਰ ਰਹੇ ਸੀ ਕਿ ਹਮੇਸ਼ਾ ਨਹੀਂ ਹੁੰਦਾ ਕਿ ਕੋਈ ਵੀ ਹਿਪਨੋਟਾਈਜ਼ ਈਜ਼ੀਲੀ ਹੋ ਜਾਏ ਜੀ 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 ਕਈ ਵਾਰੀ ਕਹਿੰਦੇ ਨਹੀਂ ਅੱਖਾਂ 'ਚ ਦੇਖਣਾ ਨਹੀਂ ਬਸ ਇਹ ਅੱਖਾਂ ਵਾਲਾ ਕੋਈ ਕਨਸੈਪਟ ਨਹੀਂ ਹੈ ਜੀ ਹਿਪਨੋਟਿਜ਼ਮ 'ਚ ਆ ਸਿਰਫ ਮਿਥ ਫੈਲੇ ਹੋਏ ਹੈ ਐਸਾ ਕੋਈ ਵੀ ਕਨਸੈਪਟ ਨਹੀਂ ਹੈ ਨਹੀਂ ਹਿਪਨੋਟਾਈਜ਼ ਤੁਸੀਂ ਕਿੱਦਾਂ ਵੀ ਹੋ ਸਕਦੇ ਹੋ ਹਿਪਨੋਟਿਜ਼ਮ ਪਹਿਲੀ ਗੱਲ ਤੇ ਹੈ ਕਿ ਇਹ ਕੋਈ ਦੈਵੀ ਸ਼ਕਤੀ ਨਹੀਂ ਹੈ ਇਹ ਇੱਕ ਸਕਿੱਲ ਹੈ ਇੱਕ ਸਾਇੰਸ ਦਾ ਪਾਰਟ ਹੈ ਮੈਨੂੰ ਉਹ ਸਾਇੰਸ ਪਤਾ ਹੈ ਕਿ ਮੈਂ ਕਿਸੇ ਨੂੰ ਕਿੱਦਾਂ ਹਿਪਨੋਟਾਈਜ਼ ਕਰ ਸਕਦਾ ਤੇ ਮੈਂ ਕੁਝ ਲੋਕਾਂ ਨੂੰ ਬਹੁਤ ਜਲਦੀ ਹੋ ਜਾਂਦਾ ਹੈ ਕੁਝ ਲੋਕ ਤੇ ਸਿਰਫ ਦੇਖਦੇ ਦੇਖਦੇ ਹੀ ਹਿਪਨੋਟਾਈਜ਼ ਹੋ ਜਾਂਦੇ ਆ ਕੁਝ ਕਮਾਂਡ ਫੋਲੋ ਕਰਦੇ ਹੋ ਜਾਂਦੇ ਆ ਇੱਕ ਪਾਰਟਿਕੂਲਰ ਪੈਟਰਨ ਹੈ ਜਿਹਦੇ ਨਾਲ ਅਸੀਂ ਹਿਪਨੋਟਾਈਜ਼ ਕਰ ਪਾਉਂਦੇ ਆ ਪਹਿਲਾ ਪੁਆਇੰਟ ਇਹ ਹੈ ਕਿ ਹਿਪਨੋਟਾਈਜ਼ ਕਰਨਾ ਕਿਉਂ ਹੈ ਇਹ ਸਭ ਤੋਂ ਇੰਪੋਰਟੈਂਟ ਹੈ ਹਿਪਨੋਟਿਜ਼ਮ ਮੈਂ ਜਿੱਦਾਂ ਤੁਹਾਨੂੰ ਦੱਸਿਆ ਕਿ ਸਾਡੇ 3 ਮਾਈਂਡ ਹੈ ਕੌਨਸ਼ੀਅਸ ਮਾਈਂਡ ਸਬਕੌਨਸ਼ੀਅਸ ਮਾਈਂਡ ਅਨਕੌਨਸ਼ੀਅਸ ਮਾਈਂਡ ਠੀਕ ਹੈ ਸਾਡੇ ਲਈ ਸਭ ਤੋਂ ਇੰਪੋਰਟੈਂਟ ਹੁੰਦਾ ਸਬਕੌਨਸ਼ੀਅਸ ਮਾਈਂਡ ਜਿਹਦੇ ਨਾਲ ਸਾਡੀ ਜ਼ਿੰਦਗੀ ਚੱਲਦੀ ਹੈ ਸਾਡੇ ਸਾਰੇ ਬਿਲੀਵ ਸਾਡੇ ਫੀਅਰ ਸਾਡੀ ਮੈਮਰੀਜ਼ ਸਾਡੇ ਪਾਸਟ ਦੀਆਂ ਜਿੰਨੀਆਂ ਚੀਜ਼ਾਂ ਨੇ ਉਹ ਸਾਡੇ ਸਬਕੌਨਸ਼ੀਅਸ 'ਚ ਪਈਆਂ ਨੇ ਹੁਣ ਮੈਂ ਸਿੱਧਕ ਨਾਲ ਕੀ ਕਰਦਾ ਮੈਂ ਸਿੱਧਕ ਦਾ ਜਿੱਦਾਂ ਹੀ ਹੱਥ ਚੁੱਕਦਾ ਨਾ ਇਹਨਾਂ ਦਾ ਕੌਨਸ਼ੀਅਸ ਮਾਈਂਡ ਬਾਈਪਾਸ ਹੋ ਜਾਂਦਾ ਹੈ ਨਾਰਮਲ ਇਨਸਾਨ ਕੌਨਸ਼ੀਅਸ ਤੋਂ ਚੀਜ਼ਾਂ ਸਬਕੌਨਸ਼ੀਅਸ 'ਚ ਲੈ ਕੇ ਜਾਂਦਾ ਹੈ ਇਹਨਾਂ ਦਾ ਮੈਂ ਕੌਨਸ਼ੀਅਸ ਮਾਈਂਡ ਬਾਈਪਾਸ ਕੀਤਾ ਹੋਇਆ ਹੈ ਇਸ 'ਚ ਤੁਸੀਂ ਇਹ ਵੀ ਕਰ ਸਕਦੇ ਹੋ ਲਾਈਕ ਇਹ ਤਾਂ ਫਿਜ਼ੀਕਲ ਚੀਜ਼ਾਂ ਨੇ ਲਾਈਕ ਕੁਝ ਇਹਨਾਂ ਦਾ ਕੁਝ ਕਹਿਣਾ ਚਾਹੁੰਦੇ ਜਾਂ ਕੁਝ ਆਪਣਾ ਜੇ ਤੁਸੀਂ ਕੁਝ ਪੁੱਛੋਗੇ ਤੇ ਸ਼ੀਲ ਰਿਵਰਟ ਯੂ ਦਾ ਸੇਮ ਵੇ ਲਾਈਕ ਸੱਚੀ ਬੋਲਣਗੇ ਐਦਾਂ ਵੀ ਕੁਝ ਹੁੰਦਾ ਹੈ ਜੀ ਤੁਸੀਂ ਨਾਰਕੋ ਟੈਸਟ ਦੀ ਗੱਲ ਕਰ ਰਹੇ ਹੋ ਪੋਸੀਬਲ ਹੈ ਓਕੇ ਤੁਸੀਂ ਆਪਣੀ ਪੂਰੀ ਬਾਡੀ 'ਚ ਐਨਸਥੀਸੀਆ ਰਿਲੀਜ਼ ਕਰਾ ਸਕਦੇ ਹੋ
ਮੈਂ ਇਹਨਾਂ ਨੂੰ ਕਿਤੇ ਵੀ ਅਗਰ ਕੱਟ ਦਿਆਂਗਾ ਇਹਨਾਂ ਨੂੰ ਕੋਈ ਵੀ ਪੇਨ ਫੀਲ ਨਹੀਂ ਹੋਏਗਾ। ਰੀਸੈਂਟਲੀ ਅਸੀਂ ਡਿਫਰੈਂਟ ਚੈਨਲ ਤੇ ਕੀਤਾ ਸੀਗਾ ਤੇ ਆ ਦੇਖੋ ਇਹਨਾਂ ਨੂੰ ਨੀਲ ਪਾਇਆ ਹੈ, ਠੀਕ ਹੈ, ਬਟ ਇਹਨਾਂ ਨੂੰ ਕੋਈ ਵੀ ਪੇਨ ਨਹੀਂ ਫੀਲ ਹੋਏਗਾ। ਮੈਂ ਕਰਨ ਨੂੰ ਚਾਹਾਂ ਮੈਂ ਇੱਥੇ ਵੀ ਕਰ ਸਕਦਾ, ਸ਼ੀ ਨਾਟ ਫੀਲ ਐਨੀ ਕਾਈਂਡ ਆਫ ਪੇਨ। ਸਾਨੂੰ ਚਾਹੀਦਾ ਨਹੀਂ ਇਹਨਾਂ ਨੂੰ ਹੋਰ ਪੇਨ। ਨਹੀਂ ਮੈਂ ਹੋਰ ਦੇਣਾ ਵੀ ਨਹੀਂ ਚਾਹੁੰਦਾ। ਅੱਛਾ, ਜੀ, ਜੀ, ਤਾਂ ਮਤਲਬ ਇਟ ਇਜ਼ ਪੋਸੀਬਲ। ਜੋ This is ਨਾਰਕੋਟੈਕਸ ਇਜ਼ ਦ ਸੇਮ ਥਿੰਗ। this is possible, this is ਨਾਰਕੋਟੈਕਸ ਅੱਛਾ ਹੀ ਸੀ ਹਾਂ, this is possible। ਜਿਹੜਾ ਅੱਜਕੱਲ ਅਸੀਂ ਦੇਖਦੇ ਹਾਂ ਐਕਚੁਅਲ ਚ, ਜੀ। ਜਿਹੜਾ ਜਦ ਕਿਸੇ ਵੀ ਕ੍ਰਿਮੀਨਲ ਦਾ ਕੋਈ ਮਾਈਂਡ ਕੁਝ ਬੁਲਵਾਣਾ ਹੋਵੇ ਤੇ ਜੀ ਨਾਰਕੋਟੈਕਸ ਪੋਸੀਬਲ ਹੈ ਜੀ, ਪੋਸੀਬਲ ਹੈ। ਅਗਰ ਤੁਸੀਂ ਕੁਝ ਐਸਾ ਹੈ ਜੋ ਉਹਦੇ ਸਬਕੌਂਸ਼ੀਅਸ ਮਾਈਂਡ 'ਚ ਚੀਜ਼ਾਂ ਨੇ ਔਰ ਉਹ ਬੁਲਾਣਾ ਚਾਹੁੰਦਾ ਹੈ, ਅਸੀਂ ਉਹਦੇ ਕੋਲ ਬੁਲਵਾਣਾ ਚਾਹੁੰਦੇ ਤਾਂ ਬੋਲ ਸਕਦਾ ਹੈ। ਐਂਡ ਸਮਟਾਈਮ ਅਬਾਊਟ ਯਰ ਪਾਸਟ ਲਾਈਫ, ਆਈ ਥਿੰਕ ਤੁਹਾਨੂੰ ਯਾਦ ਹੋਏਗਾ ਇੱਕ ਸ਼ੋਅ ਆਂਦਾ ਸੀਗਾ ਟੀਵੀ 'ਚ ਜਿਸ 'ਚ ਪਾਸਟ ਲਾਈਫ ਪੁੱਛਦੇ ਸੀਗੇ ਹੈ। ਅਸੀਂ ਉਸ ਬਾਰੇ ਡਿਸਕਸ ਨਾ ਕਰੀਏ ਤਾਂ ਜ਼ਿਆਦਾ ਬੈਟਰ ਰਹੇਗਾ। ਅਸੀਂ ਅੱਜ ਜੋ ਡਿਸਕਸ ਕਰ ਰਹੇ ਹਾਂ ਉਹ ਸਬਕੌਂਸ਼ੀਅਸ ਦੀ ਰੀਪ੍ਰੋਗਰਾਮਿੰਗ ਡਿਸਕਸ ਕਰ ਰਹੇ ਹਾਂ। ਔਰ ਪੂਜਾ ਮੈਂ ਤਾਂ ਸਭ ਤੋਂ ਵੱਡਾ ਬੈਨੀਫਿਟ ਕੀ ਹੈ, ਜਿਵੇਂ ਸਪੋਜ਼ ਕਿਸੇ ਨੂੰ ਕੋਈ ਪਾਸਟ ਦੀ ਮੈਮਰੀ ਹੈ ਜੋ ਪਰੇਸ਼ਾਨ ਕਰਦੀ ਹੈ, ਜਿਹਦੇ ਵਜ੍ਹਾ ਤੋਂ ਅਸੀਂ ਓਵਰ ਥਿੰਕਿੰਗ ਕ੍ਰੀਏਟ ਕਰਦੇ ਹਾਂ, ਤੁਸੀਂ ਕਿਸੇ ਵੀ ਮੈਮਰੀ ਨੂੰ ਡਿਲੀਟ ਕਰ ਸਕਦੇ ਹੋ। ਤੁਸੀਂ ਆਪਣੀ ਬਾਡੀ ਦੇ ਕਿਸੇ ਵੀ ਪਾਰਟ ਨੂੰ ਹੀਲ ਕਰ ਸਕਦੇ ਹੋ ਵਿਦਆਊਟ ਮੈਡੀਸਿਨ। ਓਕੇ, ਸਾਡਾ ਮਾਈਂਡ ਬਹੁਤ ਪਾਵਰਫੁਲ ਹੈ। 9 ਟ੍ਰਿਲੀਅਨਸ ਸਾਡੇ ਸੈਲਸ ਨੇ ਬਾਡੀ ਦੇ ਅੰਦਰ, 4 ਬਿਲੀਅਨ ਪਲੱਸ ਸਾਡੇ ਕੋਲ ਨਿਊਰੋਨਸ ਨੇ, ਠੀਕ ਹੈ ਨਾ। ਔਰ ਜੋ ਇੱਕ ਥਾਟ ਅਸੀਂ ਦਿੰਦੇ ਆ ਨਾ, ਇੱਕ ਥਾਟ ਉਹਦੇ ਤੇ ਕੰਮ ਕਰਦਾ ਹੈ। ਇਹ ਸਭ ਚੀਜ਼ਾਂ ਤਾਂ ਅਸੀਂ ਜਾਣਦੇ ਹਾਂ ਲੇਕਿਨ ਅਸੀਂ ਮੰਨਦੇ ਨਹੀਂ ਹਾਂ। ਮੰਨਣਾ ਸਭ ਤੋਂ ਵੱਡੀ ਚੀਜ਼ ਹੈ ਨਾ, ਸਭ ਕੁਝ ਤੁਹਾਡੇ ਅੰਦਰ ਹੈ। ਮੇਰਾ ਮੀਡੀਆ 'ਚ ਆਣਾ, ਇਨ ਚੈਨਲਸ ਤੇ ਆਉਣ ਦਾ ਸਭ ਤੋਂ ਵੱਡਾ ਮੋਟਿਵ ਇਹ ਹੈ ਕਿ ਤੁਹਾਡੇ ਨਾ ਅੰਦਰ ਬੜੀ ਸ਼ਕਤੀਆਂ ਨੇ। ਮੈਂ ਸਬਕੌਂਸ਼ੀਅਸ ਦੀ ਗੱਲ ਕਰ ਰਿਹਾ, ਮੈਂ ਮੈਨੀਫੈਸਟੇਸ਼ਨ ਦੀ ਗੱਲ ਕਰ ਰਿਹਾ। ਤੁਸੀਂ ਲਾਅ ਆਫ ਅਟਰੈਕਸ਼ਨ ਬਾਰੇ ਸੁਣਿਆ ਹੋਏਗਾ, ਤੁਸੀਂ ਟੈਲੀਪੈਥੀ ਬਾਰੇ ਸੁਣਿਆ ਹੋਏਗਾ ਕਿ ਤੁਸੀਂ ਕਿਸੇ ਬੰਦੇ ਨੂੰ ਯਾਦ ਕਰ ਰਹੇ ਹੋ, ਸਡਨਲੀ ਉਹਦਾ ਹੀ ਫੋਨ ਆ ਜਾਂਦਾ ਹੈ। ਕਿਸੇ ਨੂੰ ਫੋਨ ਚੁੱਕਣ ਵਾਸਤੇ ਫੋਨ ਕਰਨ ਲੱਗਦੇ ਹੋ, ਉਹ ਕਹਿੰਦਾ ਯਾਰ आपको ही फोन करने लगा था। या ਤੁਸੀਂ ਸ਼ਹਿਰ 'ਚ ਨਿਕਲਦੇ ਹੋ, ਕਿਸੇ ਬੰਦੇ ਬਾਰੇ ਯਾਦ ਕਰ ਰਹੇ ਹੁੰਦੇ ਹੋ, ਰਸਤੇ 'ਚ ਮਿਲ ਜਾਂਦਾ ਹੈ। ਤੁਸੀਂ ਸ਼ਹਿਰ ਤੋਂ ਬਾਹਰ ਹੁੰਦੇ ਹੋ, ਡੇਜਾ ਵੂ ਵੀ ਡਿਫਰੈਂਟ ਕਾਈਂਡ ਆਫ ਸਟੇਜ ਹੈ ਮਾਈਂਡ ਦੀ। ਤੇ ਬੇਸਿਕਲੀ ਆ ਕੀ ਹੈ, ਜਿਵੇਂ ਸਪੋਜ਼ ਕਈ ਵਾਰੀ ਤੁਸੀਂ ਆਪਣੇ ਸ਼ਹਿਰ ਤੋਂ ਬਾਹਰ ਹੋ ਔਰ ਤੁਹਾਡੀ ਤਬੀਅਤ ਖਰਾਬ ਹੈ, ਔਰ ਤੁਹਾਡੀ ਮੰਮੀ ਦਾ ਕਾਲ ਆਉਂਦਾ ਤੁਹਾਨੂੰ ਔਰ ਤੁਹਾਨੂੰ ਕਹਿੰਦੀ ਹੈ ਉਹ ਤੂੰ ਬਿਮਾਰ ਹੈ ਨਾ ਤੁਸੀਂ, ਔਰ ਤੁਸੀਂ ਕਹਿੰਦੇ ਯਾਰ ਤੁਹਾਨੂੰ ਕਿੱਦਾਂ ਪਤਾ? ਤੁਹਾਡੇ ਨਾਲ ਡੈਫੀਨਿਟਲੀ ਕਦੇ ਨਾ ਕਦੇ ਗੁਰਲੀਨ ਜੀ ਹੋਇਆ ਹੋਏਗਾ। ਬਿਲਕੁਲ, this is not the coincidence, this is telepathy। ਓਕੇ, this is telepathy, this is the science of vibration and frequency। ਐਕਚੁਅਲ 'ਚ ਤੁਹਾਡੇ ਅੰਦਰ ਤਾਕਤ ਹੈ, ਤੁਸੀਂ ਖੁਦ ਨੂੰ ਵੀ ਹੀਲ ਕਰ ਸਕਦੇ ਹੋ, ਤੁਸੀਂ ਆਪਣੇ ਰਿਲੇਟਿਵਸ ਨੂੰ ਵੀ ਹੀਲ ਕਰ ਸਕਦੇ ਹੋ। ਤੁਸੀਂ ਆਪਣੇ ਅੰਦਰ ਦੀ ਤਾਕਤ ਨੂੰ ਪਛਾਣੋ ਰੈਦਰ ਦੈਨ ਕਿ ਕੁਝ ਪਖੰਡੀਆਂ ਦੇ ਕੋਲ ਜਾ ਕੇ ਆਪਣਾ ਸ਼ੋਸ਼ਣ ਕਰਾਓ। ਅਸੀਂ ਉੱਥੇ ਜਾ ਕੇ ਪੈਸਾ ਵੀ ਦਿੰਦੇ ਹਾਂ, ਸਾਡੇ ਨਾਲ ਗਲਤ ਚੀਜ਼ਾਂ ਵੀ ਹੁੰਦੀਆਂ। ਤੁਸੀਂ ਕਈ ਜਗ੍ਹਾ ਸੁਣਿਆ ਹੋਏਗਾ ਕਿ ਬਹੁਤ ਸਾਰੇ ਲੋਕ ਰੇਪ ਵੀ ਕਰਦੇ ਹੈ। ਕਿਉਂ ਕਰਦੇ? ਕਿਉਂਕਿ ਅਸੀਂ ਉਹਨਾਂ ਦੇ ਡਿਵੋਟੀਜ਼ ਬਣ ਜਾਂਦੇ ਆ ਜਾ ਕੇ। ਮੈਂ ਸਿਰਫ ਲੋਕਾਂ ਨੂੰ ਇਹ ਗਾਈਡ ਕਰਨਾ ਚਾਹੁੰਦਾ ਕਿ ਤੁਹਾਡਾ ਸਬਕੌਂਸ਼ੀਅਸ ਮਾਈਂਡ ਬਹੁਤ ਹੀ ਸਟਰੋਂਗ ਹੈ, ਬਹੁਤ ਹੀ ਪਾਵਰਫੁਲ ਹੈ। ਅਗਰ ਤੁਸੀਂ ਆਪਣੇ ਮਾਈਂਡ ਨੂੰ ਟ੍ਰੇਨ ਕਰੋ ਸੋ ਯੂ ਕੈਨ ਹੀਲ ਯੋਰ ਲਾਈਫ, ਯੂ ਕੈਨ ਹੀਲ ਯੋਰ ਬਾਡੀ, ਯੂ ਕੈਨ ਹੀਲ ਦਾ ਸੋਸਾਇਟੀ ਐਜ਼ ਵੈਲ। ਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈ, ਠੀਕ ਹੈ। ਤੇ ਬਚੋ ਉਹ ਸਭ ਚੀਜ਼ਾਂ ਤੋਂ ਔਰ ਆਪਣੇ ਮਨ ਦੀ ਸ਼ਕਤੀ ਨੂੰ ਪਹਿਚਾਨੋ। ਠੀਕ ਹੈ, ਇਹਨਾਂ ਦੀ ਸ਼ਕਤੀ ਤਾਂ ਦੇਖ ਲਈ, ਹੁਣ ਸਾਡੇ ਇੱਥੋਂ ਕਿਸੇ ਦੀ ਸ਼ਕਤੀ ਦਿਖਾ ਦਿਓ। ਪੂਜਾ ਜੀ ਤੁਹਾਡੇ ਨਾਲ ਹੀ ਕਰ ਦਿੰਦੇ ਆ, ਠੀਕ ਹੈ। तो मैं एक बारी कैमरामैन जी ਨੂੰ ਇੱਕ ਵਾਰੀ ਰਿਕੁਐਸਟ ਕਰਨਾ ਚਾਹਾਂਗਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਪ੍ਰੋਗਰਾਮਿੰਗ ਦਾ ਤਰੀਕਾ ਕਿਸੇ ਗਲਤ ਹੱਥ 'ਚ ਪਹੁੰਚੇ ਔਰ ਕੋਈ ਇਹਦਾ ਨਜਾਇਜ਼ ਫਾਇਦਾ ਉਠਾਏ। ਇਸ ਕਰਕੇ ਚਾਹਾਂਗਾ ਕਿ ਅਸੀਂ ਥੋੜੀ ਦੇਰ ਵਾਸਤੇ ਕੈਮਰਾ ਅਗਰ ਆਫ ਕਰ ਦਈਏ ਔਰ ਅਸੀਂ ਮੈਮ ਦੀ ਪ੍ਰੋਗਰਾਮਿੰਗ ਕਰ ਦਈਏ। ਪ੍ਰੋਗਰਾਮਿੰਗ ਕਰਨ ਤੋਂ ਬਾਅਦ ਅਸੀਂ ਕੈਮਰਾ ਦੁਬਾਰਾ ਔਨ ਕਰ ਲਾਂਗੇ। ਹੁਣ ਅਸੀਂ ਮੈਮ ਦੀ ਪ੍ਰੋਗਰਾਮਿੰਗ ਆਲਰੇਡੀ ਕਰ ਚੁੱਕੇ ਹਾਂ, ਜਿਵੇਂ ਕਿ ਅਸੀਂ ਸਿੱਧਕ ਦੀ ਪ੍ਰੋਗਰਾਮਿੰਗ ਕੀਤੀ ਹੈ। ਅਸੀਂ ਸਿੱਧਕ ਨੂੰ ਜਦ ਵੀ ਸਿਰ ਤੇ ਹੱਥ ਲਗਾਉਂਦੇ, ਤੁਸੀਂ ਦੇਖਿਆ ਹੋਏਗਾ ਐਦਾਂ ਕਈ ਸ਼ੋਅ 'ਚ ਦਿਖਾਇਆ ਜਾਂਦਾ ਕਿ ਸਿਰ ਤੇ ਹੱਥ ਲਗਾਉਂਦੇ ਨੇ ਔਰ ਬੰਦਾ ਲੇਟ ਜਾਂਦਾ ਹੈ ਔਰ ਉਹ ਸਾਹਮਣੇ ਵਾਲਾ ਕਹਿੰਦਾ ਕਿ ਹਾਂ ਨਾ ਉਹ ਹੀਲ ਹੋ ਰਹੀ ਹੈ, ਆਤਮਾ ਨਿਕਲ ਰਹੀ ਹੈ, ਭੂਤ ਪ੍ਰੇਤ ਨਿਕਲ ਰਹਾ ਹੈ। ਇੱਦਾਂ ਕਰਕੇ ਸਾਹਮਣੇ ਵਾਲੇ ਨੂੰ ਸੁਵਾ ਦਿੱਤਾ ਜਾਂਦਾ ਹੈ, 1 2 3 ਗੈਟ ਬੈਕ। ਸਿਮਿਲਰ ਪ੍ਰੋਗਰਾਮਿੰਗ ਅਸੀਂ ਹੁਣ ਆਪਣੇ ਐਂਕਰ ਸਾਹਿਬ ਨਾਲ ਕੀਤੀ ਹੈ। ਹੁਣ ਇਹ ਤੇ ਚਲੋ ਮੇਰੀ ਟੀਮ ਦਾ ਪਾਰਟ ਹੈ, ਮੈਂ ਇਹਨਾਂ ਨੂੰ ਲੈ ਕੇ ਆਇਆ ਤਾਂ ਸਭ ਨੂੰ ਲੱਗੇਗਾ ਕਿ ਸ਼ਾਇਦ ਅਸੀਂ ਐਕਟਿੰਗ ਕਰ ਰਹੇ ਹੋਈਏ ਜਾਂ ਕੁਝ ਹੈ। तो गुरलीन जी सर एक रिक्वेस्ट भी है बिकॉज शी इज एन इंपॉर्टेंट पार्ट ऑफ आवर ऑर्गेनाइजेशन है। प्रोग्रामिंग रीप्रोग्रामिंग भी कर दो। हाँ जी हाँ जी हाँ जी हाँ जी हाँ जी हाँ जी डेफिनेटली ਅਸੀਂ ਰੀਪ੍ਰੋਗਰਾਮਿੰਗ ਹੀ ਕਰਦੇ ਹਾਂ, ਠੀਕ ਹੈ। ਹੁਣ ਜਿੱਦਾਂ ਹੀ ਮੈਂ ਮੈਮ ਦੇ ਸਿਰ ਨੂੰ ਹੱਥ, ਆਪਣੇ ਸਿਰ ਨੂੰ ਹੱਥ ਲਗਾਉਂਗਾ, ਸ਼ੀ ਵਿਲ ਗੋ ਟੂ ਅ ਡੀਪ ਸਲੀਪ। 1 2 3 ਗੋ ਸਲੀਪ। ਦੇਖੋ ਜੀ, ਨਾਓ ਸ਼ੀ ਇਜ਼ ਇਨ ਟੂ ਅ ਡੀਪ ਸਲੀਪ। ਹਾਲਾਂਕਿ ਅਸੀਂ ਇਹਨਾਂ ਦੇ ਮਾਈਂਡ ਦੀ ਪ੍ਰੋਗਰਾਮਿੰਗ ਕੀਤੀ ਹੈ। ਉਹ ਬਾਬੇ ਵੀ ਇਦਾਂ ਹੀ ਕਰਦੇ ਆ, 4-5 ਲੋਕਾਂ ਦੀ ਪ੍ਰੋਗਰਾਮਿੰਗ ਕਰ ਦਿੰਦੇ ਆ ਔਰ 50-60 ਲੋਕਾਂ ਨੂੰ ਦਿਖਾ ਦਿੰਦੇ ਆ ਕਿ ਉਹਨਾਂ ਨੇ ਕਿੱਦਾਂ ਕੀਤਾ ਹੈ। ਉਹ ਦੇਖਣ ਵਾਲੇ ਆਟੋਮੈਟਿਕਲੀ ਹਿਪਨੋਟਾਈਜ਼ ਹੋ ਜਾਂਦੇ ਆ। ਇਹੀ ਵਜ੍ਹਾ ਹੈ ਕਿ ਕੋਈ ਇੱਕ ਮਫਲਰ ਨੂੰ ਹੱਥ ਲਗਾਉਂਦਾ ਔਰ ਉਹ ਨੱਚਣਾ ਸ਼ੁਰੂ ਕਰਦਾ ਹੈ, ਦੂਸਰਾ ਆਂਦਾ ਉਹ ਵੀ ਮਫਲਰ ਨੂੰ ਹੱਥ ਲਾਉਂਦਾ ਤੇ ਨੱਚਣਾ ਸ਼ੁਰੂ ਕਰ ਦਿੰਦਾ ਹੈ। ਦਿਸ ਇਜ਼ ਐਬਸੋਲੂਟਲੀ ਸਾਇੰਸ। ਹੁਣ ਇਹਨਾਂ ਨੂੰ ਵਾਪਸ ਲੈ ਕੇ ਆਈਏ, ਆ ਦੇਖਿਓ, ਆ ਦੇਖੋ। ਓਕੇ ਸੋ ਪੂਜਾ ਜੀ 1 2 3 ਗੈਟ ਬੈਕ। ਪੂਜਾ ਜੀ ਕੁਝ ਕਹਿਣਾ ਚਾਹੋਗੇ ਤੁਸੀਂ? 4 दिन से सो रहे हो आप? ਨਹੀਂ ਹੁਣੇ ਸੋਈ ਸੀ। ਕਿੰਨੀ ਦੇਰ ਪਹਿਲੇ?
ਮੈਨੂੰ ਪਤਾ ਵੀ ਨਹੀਂ ਲੱਗਿਆ ਕਿ ਮੈਂ ਸੋਈ ਸੀ, ਸੌਰੀ ਟੂ ਸੇ, ਬਟ ਯਾਰ ਪਰ ਮੈਨੂੰ ਇੱਦਾਂ ਲੱਗਿਆ ਕਿ ਮੇਰਾ ਸਿਰ ਭਾਰੀ ਭਾਰੀ ਹੋ ਰਿਹਾ ਹੈ। ਹਾਂ, ਤੁਸੀਂ ਡੀਪ ਸਲੀਪ 'ਚ ਚਲੇ ਗਏ ਸੀ। ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਏਗੀ ਕਿ ਅੱਜ ਕੱਲ ਕੁਝ ਲੋਕਾਂ ਕੋਲ ਇਹ ਸਾਇੰਸ ਹੈ ਔਰ ਲੋਕ ਇਹਦਾ ਗਲਤ ਫਾਇਦਾ ਵੀ ਉਠਾਉਂਦੇ ਆ। ਤੁਸੀਂ ਦੇਖਿਆ ਹੋਵੇਗਾ ਕੁਝ ਲੇਡੀਜ਼ ਕੋਲੋਂ ਉਹਨਾਂ ਦੇ ਜੇਵਰ ਉਤਾਰ ਲਏ ਜਾਂਦੇ ਨੇ ਔਰ ਉਹਨਾਂ ਨੂੰ ਪਤਾ ਤੱਕ ਨਹੀਂ ਲੱਗਦਾ ਜੀ। ਠੀਕ ਹੈ, ਤੁਹਾਨੂੰ ਇੱਕ ਚੀਜ਼ ਦਿਖਾਈਏ, 1 2 3 ਗੋ ਸਲੀਪ। ਅਸੀਂ ਤੁਹਾਨੂੰ ਲਾਈਵ करके दिखा रहे हैं। पूजा जी, नाउ यू विल गेट अप, ट्रांस में रहेंगे आप, और आप अपने मोबाइल, अपनी घड़ी ये उतार के देंगे। ओपन योर आइज, ओके। मुझे अपनी रिंग्स दीजिए। वॉच भी दे दो। वन टू थ्री गेट बैक। कैसे हैं पूजा जी? ਤੁਸੀਂ ਠੀਕ ਹੋ? ਯਾ ਆਈ अच्छा, टाइम क्या है मैम? टाइम ਹਿਸ ਮਾਈ ਵਾਚ। है जी? ਵਾਚ ਮੈਨੂੰ ਕੀ ਪਤਾ, ਮੈਂ ਤਾਂ ਤੁਹਾਡੇ ਕੋਲ ਪੁੱਛ ਰਿਹਾ ਟਾਈਮ ਕੀ ਹੋਇਆ। ਪਰ ਮੇਰੇ ਵਾਚ ਸੀਗੀ। हाँ जी? मेरी वॉच सी। आपने कल दी थी मेरे को। कल आज ही दी थी। आज दी थी वॉच। नहीं, मेरे हाथ में थी। ਆ ਲਓ। ਤੁਹਾਨੂੰ ਪਤਾ ਹੈ ਇਹ ਰਿੰਗਸ ਔਰ ਇਹ ਵਾਚ ਤੁਸੀਂ ਮੈਨੂੰ ਖੁਦ ਉਤਾਰ ਕੇ ਦਿੱਤੀ ਹੈ। ਇਹ ਕੈਮਰਾ ਤੇ ਰਿਕਾਰਡਡ ਹੈ। ਗੁਰਲੀਨ ਮੈਮ, ਤੁਸੀਂ ਦੱਸੋ। I don't know ਕੀ ਕਹਾਂ ਹੁਣ। ਮੈਂ ਇੰਟਰਵਿਊ ਭੁੱਲ ਗਈ। ਅੱਛਾ, ਆਈ ਹੈਵ ਅ ਕੁਐਸਚਨ ਬਿਕਾਜ਼ ਮੈਂ ਤੁਹਾਡੀ ਪ੍ਰੋਗਰਾਮਿੰਗ ਇਹਨਾਂ ਤੇ ਵੀ ਦੇਖੀ ਹੈ, ਇਹਨਾਂ ਤੇ ਥੋੜਾ ਚਿਰ ਤੁਸੀਂ ਮੇਰੇ ਤੇ ਵੀ ਪ੍ਰੋਗਰਾਮਿੰਗ ਕੀਤੀ ਹੈ ਜੀ। ਜੇ ਕੋਈ ਇਹੋ ਜਿਹਾ ਇਨਸਾਨ ਹੋਏ ਜੋ ਮੈਂਟਲੀ ਬਹੁਤ ਜ਼ਿਆਦਾ ਸੋਚ ਕੇ ਬੈਠਾ ਹੋਏ ਵੀ ਮੈਂ ਨਹੀਂ ਹੋਣ ਦੇਣਾ ਹੈ, ਉਹਨਾਂ ਨੂੰ ਨਹੀਂ ਕੀਤਾ ਜਾ ਸਕਦਾ। ਉਹਨਾਂ ਨਾਲ ਪ੍ਰੋਗਰਾਮਿੰਗ ਪੋਸੀਬਲ ਨਹੀਂ ਹੈ? ਨਹੀਂ, ਪੋਸੀਬਲ ਨਹੀਂ ਹੈ, ਕਿਉਂਕਿ ਮੈਮ ਡਾਕਟਰ ਕੋਲ ਕੌਣ ਜਾਂਦਾ ਹੈ ਜਿਹਨੇ ਦਵਾਈ ਲੈਣੀ ਹੁੰਦੀ ਹੈ, ਵਕੀਲ ਕੋਲ ਕੌਣ ਜਾਂਦਾ ਜਿਹਨੇ ਕੰਸਲਟੇਸ਼ਨ ਲੈਣੀ ਹੁੰਦੀ ਹੈ, ਤੇ ਪ੍ਰੋਗਰਾਮਿੰਗ ਵੀ ਉਹੀ ਬੰਦੇ ਦੀ ਹੋ ਸਕਦੀ ਹੈ ਜਿਹੜਾ ਕਰਾਉਣਾ ਚਾਹੇ, ਜਿਹੜਾ ਪੂਰੀ ਤਰੀਕੇ ਨਾਲ ਸਰੈਂਡਰ ਕਰ ਦੇ। ਕਿਉਂਕਿ ਡਾਕਟਰ ਕੋਲ ਬੰਦਾ ਤਾਂ ਹੀ ਜਾਂਦਾ ਨਾ ਜਦ ਉਹਨੂੰ ਕੋਈ ਪਰਸਨਲ ਪ੍ਰੋਬਲਮ ਹੁੰਦੀ ਹੈ ਜੋ ਉਹ ਬਾਹਰ ਸ਼ੇਅਰ ਨਹੀਂ ਕਰ ਸਕਦਾ, ਤੇ ਉਹ ਡਾਕਟਰ ਨਾਲ ਔਰ ਕੰਸਲਟੈਂਟ ਨਾਲ ਸ਼ੇਅਰ ਕਰਦਾ। ਸਿਮਿਲਰਲੀ ਪ੍ਰੋਗਰਾਮਿੰਗ ਸਿਰਫ ਤਦ ਹੀ ਹੋ ਸਕਦੀ ਹੈ ਅਗਰ ਤੁਸੀਂ ਕਰਾਉਣਾ ਚਾਹੁੰਦੇ ਹੋ ਤੇ। ਸੋ ਹਾਊ ਇਜ਼ ਇਟ ਕਿਉਰਿੰਗ ਡਿਜ਼ੀਜ਼ਸ ਆਲਸੋ ਲਾਈਕ ਯੂ ਸੈਡ? ਮੈਮ ਅਗਰ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਬ੍ਰੇਨ ਦੇ ਅੰਦਰ ਨਾ ਨਿਊਰੋਨਸ ਹੁੰਦੇ ਆ ਔਰ ਅਲੱਗ-ਅਲੱਗ ਸਾਇੰਸ ਅਲੱਗ-ਅਲੱਗ ਬੋਲਦੀ ਹੈ। ਕੋਈ ਬੋਲਦਾ 4 ਬਿਲੀਅਨ ਨਿਊਰੋਨਸ ਹੈ, ਕੋਈ ਬੋਲਦਾ 50 ਬਿਲੀਅਨ ਨਿਊਰੋਨਸ ਹੈ, ਔਰ ਇੱਕ ਨਿਊਰੋਨ ਦੀ ਪਾਵਰ ਨਾ P4 ਕੰਪਿਊਟਰ ਤੋਂ ਜ਼ਿਆਦਾ ਹੈ ਐਂਡ ਇਟ ਕੈਨ ਸਟੋਰ ਮੋਰ ਦੈਨ 90 GB ਡੇਟਾ। ਠੀਕ ਹੈ, ਸਾਡੇ ਨਿਊਰੋਨਸ ਸਾਡੀ ਬਾਡੀ ਦੇ ਅੰਦਰ ਜਿਹੜੀ ਮੈਕਸਿਮਮ ਡਿਸੀਜ਼ ਹੁੰਦੀਆਂ ਨੇ ਨਾ ਉਹ ਸਾਈਕੋਸੋਮੈਟਰੀ ਡਿਸੀਜ਼ ਹੁੰਦੀਆਂ ਜੋ ਤੁਹਾਡੇ ਬ੍ਰੇਨ ਨੇ ਕ੍ਰੀਏਟ ਕੀਤੀਆਂ ਹੁੰਦੀਆਂ ਅਨਨੋਇੰਗਲੀ। ਤੇ ਜਦ ਕੋਈ ਚੀਜ਼ ਜਿਵੇਂ ਸਪੋਜ਼ ਅਸੀਂ ਕਈ ਵਾਰੀ ਪੜਨ ਵਾਸਤੇ ਬੈਠਦੇ ਹਾਂ, ਸਾਨੂੰ ਨੀਂਦ ਨਹੀਂ ਆ ਰਹੀ ਹੁੰਦੀ, ਅਸੀਂ ਵੈਸੇ ਕਹਿੰਦੇ ਹਾਂ ਯਾਰ ਬੜੀ ਨੀਂਦ ਆ ਰਹੀ ਹੈ, ਔਰ ਕੁਝ ਦੇਰ ਬਾਅਦ ਨੀਂਦ ਆਣੀ ਸਟਾਰਟ ਹੋ ਜਾਂਦੀ ਹੈ। ਜਾਂ ਅਸੀਂ ਕਈ ਵਾਰੀ 100 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਹੁੰਦਾ ਹੈ, ਠੀਕ ਹੈ, 90 ਕਿਲੋਮੀਟਰ ਤੱਕ ਅਸੀਂ ਪੂਰੇ ਚਾਰਜ ਰਹਿੰਦੇ ਹਾਂ, ਅੱਖਾਂ ਵੀ ਇੱਕਦਮ ਚਾਰਜ ਰਹਿੰਦੀਆਂ, ਸ਼ੋਲਡਰ ਵੀ ਪੂਰੇ ਅਪ ਰਹਿੰਦੇ ਆ। ਜਿੱਦਾਂ ਲਾਸਟ ਦੇ 10 ਕਿਲੋਮੀਟਰ ਆਣੇ ਸਟਾਰਟ ਹੁੰਦੇ ਨਾ, ਅਸੀਂ ਥੱਕਣਾ ਸਟਾਰਟ ਹੋ ਜਾਂਦੇ ਹਾਂ। So it's all in your mind. It is all in your mind. So it's all science. It is all about science. This is the neuroscience. This is hypnotherapy. This is trance session. This is triggering. और ਇਹਦੇ ਹੀ ਥਰੂ ਅਸੀਂ ਲੋਕਾਂ ਨੂੰ ਰੀਪ੍ਰੋਗਰਾਮ ਕਿੱਦਾਂ ਕਰਨਾ ਆਪਣਾ ਮਾਈਂਡ ਉਹ ਸਿਖਾਉਂਦੇ ਆ। So ਜੇ ਰੀਪ੍ਰੋਗਰਾਮਿੰਗ ਇੱਧਰ ਕਰੋ, get back to work ਪੂਜਾ ਜੀ। ਨਹੀਂ ਆਹ ਆਲਰੇਡੀ ਬੈਕ ਆ ਚੁੱਕੇ ਨੇ। I'm back. ਪੂਜਾ ਜੀ ਕਿੱਦਾਂ ਫੀਲ ਕਰ ਰਹੇ ਹੋ ਤੁਸੀਂ? ਵੈਲ ਮੈਂ ਬਹੁਤ ਤੁਸੀਂ ਐਕਟਿੰਗ ਤਾਂ ਨਹੀਂ ਕਰ ਰਹੇ? ਪਹਿਲੀ ਚੀਜ਼ ਤਾਂ ਤੁਸੀਂ ਐਕਟਿੰਗ ਤਾਂ ਨਹੀਂ ਕਰ ਰਹੇ? ਅਸੀਂ ਐਕਟਿੰਗ ਫੀਲਡ 'ਚ ਨਹੀਂ ਹੈ। ਨਹੀਂ, ਮੈਂ ਕਿਉਂਕਿ ਅਸੀਂ ਦੇਖੋ ਮੀਡੀਆ ਤੇ ਅਸੀਂ ਕਈ ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ। ਅਗਰ ਮੈਂ ਆਪਣੇ ਸਬਜੈਕਟ ਦੇ ਨਾਲ ਕਰਦਾ ਤੇ ਸਭ ਨੂੰ ਲੱਗਦਾ ਕਿ ਸ਼ਾਇਦ ਇਹ ਐਕਟਿੰਗ ਹੈ ਜਾਂ ਕੁਝ ਹੈ। ਜਿਵੇਂ ਤੁਸੀਂ ਕਿਹਾ ਸਰੈਂਡਰ, ਤੇ ਮੈਂ ਟੋਟਲੀ ਸਰੈਂਡਰ ਕੀਤਾ ਸੀਗਾ ਬਿਕਾਜ਼ ਮੈਂ ਸੱਚੀ ਜਾਨਣਾ ਦੇਖਣਾ ਚਾਹੁੰਦੀ ਸੀ ਕਿ ਅਜਿਹਾ ਹੁੰਦਾ ਜਾਂ ਨਹੀਂ ਹੁੰਦਾ, ਹੈ ਨਾ। ਤੇ ਮਤਲਬ ਫੀਲ ਤਾਂ ਹੁਣ ਨਹੀਂ ਪਤਾ ਚੱਲਿਆ ਕਿ ਕੀ ਹੋਇਆ ਕੀ ਨਹੀਂ ਹੋਇਆ, ਬਟ ਇਫ ਸਾਰੇ ਕਹਿ ਰਹੇ ਨੇ ਤੇ ਡੈਫੀਨਿਟਲੀ ਕੁਝ ਨਾ ਕੁਝ ਜ਼ਰੂਰ ਹੋਇਆ ਨਾ। ਬਟ ਮੋਸਟ ਇੰਪੋਰਟੈਂਟ ਗੱਲ ਤੁਸੀਂ ਜਿਹੜੀ ਕਹੀ ਉਹ ਹੈ ਕਿ ਪਖੰਡ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲੋਕੀ ਆਪਣੇ ਪੈਸੇ ਗਵਾ ਰਹੇ ਨੇ, ਲੋਕੀ ਪਤਾ ਨਹੀਂ ਸੋਚਦੇ ਕਿਸਮਤ ਠੀਕ ਨਹੀਂ ਹੈ ਤਾਂ ਬਾਬੇ ਕੋਲ ਚਲ ਜਾਂਦੇ, ਲੇਕਿਨ ਉਹ ਉੱਥੇ ਹੋਰ ਜ਼ਿਆਦਾ ਪਰੇਸ਼ਾਨ ਹੋ ਜਾਂਦੇ ਨੇ। ਤੇ ਮੋਸਟ ਇੰਪੋਰਟੈਂਟ ਚੀਜ਼ ਤੁਸੀਂ ਦੱਸੀ ਹੈ ਕਿ ਇਟਸ ਆਲ ਅਬਾਊਟ ਸਬਕੌਂਸ਼ੀਅਸ ਮਾਈਂਡ। ਤੁਸੀਂ ਜੋ ਸੋਚੋਗੇ ਉਹੀ ਹੋਏਗਾ ਮੈਮ। ਜੀ ਇਹੀ ਹੈ ਇਹਦਾ। ਜੀ ਮੈਮ। ਹਾਂ, ਲਾਸਟ ਤੇ ਹਰਮਨ ਜੀ ਬਹੁਤ ਬਹੁਤ ਧੰਨਵਾਦ। ਥੈਂਕ ਯੂ ਮੈਮ। ਤੁਸੀਂ ਜਿਹੜਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ, ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਪਸੰਦ ਆਏ ਕਿ ਜਿਹੜਾ ਇਹ ਸਾਰੀ ਚੀਜ਼ਾਂ ਹੈ ਉਸ ਵਿੱਚ ਸਾਰੇ ਅਜਿਹੇ ਇੱਕ ਜਿਹੇ ਨਹੀਂ ਹੁੰਦੇ, ਲੇਕਿਨ ਬਹੁਤ ਘੱਟ ਲੋਕ ਹੁੰਦੇ ਜਿਹੜੇ ਕਿ ਸੱਚ ਵਿੱਚ ਤੁਹਾਨੂੰ ਹੀਲ ਕਰ ਸਕਦੇ ਹੈ। ਤੋ ਇਟਸ ਆਲ ਅਬਾਊਟ ਸਾਇੰਸ ਐਂਡ
हिप्नोथेरेपी। ਹਿਪਨੋਥੈਰੇਪੀ। ਬਹੁਤ ਬਹੁਤ ਧੰਨਵਾਦ ਹਰਮਨ ਜੀ। थैंक यू सो मच मैम। ਤੋ ਬਿਲਕੁਲ ਉਮੀਦ ਕਰਦੇ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਏਗਾ। ਕੈਮਰਾ ਪਰਸਨ ਜੱਗੀ ਦੇ ਨਾਲ ਪੂਜਾ ਵਰਮਾ, ਪੰਜਾਬ ਟੁਡੇ।